ਸਮੋਲ ਕੈਪ ਫੰਡਸ ਦੇ ਨਾਲ ਨਾ ਬੜੀ ਵੀਅਰਡ ਚੀਜ਼ ਹੋ ਰਹੀ ਹੈ। ਜ਼ਿਆਦਾਤਰ ਸਮੋਲ ਕੈਪ ਫੰਡਸ ਅੱਜ ਦੇ ਟਾਈਮ ਤੇ ਲੰਮਸਮ ਇਨਵੈਸਟਮੈਂਟ ਐਕਸੈਪਟ ਹੀ ਨਹੀਂ ਕਰਦੇ। ਮਤਲਬ ਕਿ ਤੁਸੀਂ ਇਹਨਾਂ ਦੇ ਵਿੱਚ SIP ਤਾਂ ਲਗਾ ਸਕਦੇ ਹੋ ਪਰ ਲੰਮਸਮ ਇਨਵੈਸਟਮੈਂਟ ਨਹੀਂ ਕਰ ਸਕਦੇ। ਤੇ ਇਦਾਂ ਇਸ ਲਈ ਹੋ ਰਿਹਾ ਕਿਉਂਕਿ ਪਿਛਲੇ 1 ਸਾਲ ਦੇ ਵਿੱਚ ਸਮੋਲ ਕੈਪ ਫੰਡਸ ਦਾ ਰਿਟਰਨ ਬੜਾ ਮਾਈਂਡ ਬਲੋਇੰਗ ਰਿਹਾ ਹੈ। ਇਨਫੈਕਟ ਨਿਫਟੀ ਸਮੋਲ ਕੈਪ 100 ਇੰਡੈਕਸ ਦਾ ਰਿਟਰਨ ਆਲਮੋਸਟ 15% ਦੇ ਕਰੀਬ ਰਿਹਾ ਹੈ, ਜੋ ਕਿ ਨਿਫਟੀ 50 ਇੰਡੈਕਸ ਦੇ ਰਿਟਰਨ ਤੋਂ ਆਲਮੋਸਟ ਡਬਲ ਹੈ। ਤੇ ਜੇਕਰ ਆਪਾਂ ਸਿਰਫ ਟੌਪ ਦੇ ਫੰਡਸ ਦੀ ਹੀ ਗੱਲ ਕਰੀਏ ਤਾਂ ਉਹਨਾਂ ਦਾ ਤਾਂ ਐਵਰੇਜ ਵੀ 30% ਤੋਂ ਉੱਪਰ ਰਿਹਾ ਹੈ। ਯਕੀਨ ਨਹੀਂ ਹੋ ਰਿਹਾ ਨਾ? ਆ ਤੁਸੀਂ ਖੁਦ ਹੀ ਦੇਖ ਲਓ। ਹੁਣ ਇਹ ਡਾਟਾ ਮਾਰਕੀਟ ਦੇ ਹਿਸਾਬ ਨਾਲ ਹਰ ਰੋਜ਼ ਚੇਂਜ ਹੁੰਦਾ ਰਹਿੰਦਾ, ਬਟ ਫਿਰ ਵੀ ਤੁਹਾਨੂੰ ਇੱਕ ਆਈਡੀਆ ਜਿਹਾ ਮਿਲ ਗਿਆ। ਹੁਣ ਇਹ ਸਾਰੀਆਂ ਚੀਜ਼ਾਂ ਤੇ ਚੱਲਦੇ ਹੋਏ ਸਮੋਲ ਕੈਪ ਫੰਡਸ ਨੇ ਇਨਵੈਸਟਰਸ ਦਾ ਬੜਾ ਧਿਆਨ ਖਿੱਚਿਆ, ਸਪੈਸ਼ਲੀ ਉਹਨਾਂ ਇਨਵੈਸਟਰਸ ਦਾ ਜਿਹੜੇ ਪੈਸੇ ਨੂੰ ਕਿਸੇ ਵੀ ਚੀਜ਼ ਵਾਂਗ ਇਨਵੈਸਟ ਕਰ ਦਿੰਦੇ ਫੰਡਸ ਦੇ ਵਿੱਚ। ਤੇ ਜੇਕਰ ਮਿਊਚੁਅਲ ਫੰਡ ਦੇ ਟੋਟਲ ਇਨਫਲੋ ਦੀ ਗੱਲ ਕਰੀਏ ਤਾਂ 2023 ਦੇ ਵਿੱਚ 35 ਤੋਂ 40% ਸਿਰਫ ਸਮੋਲ ਫੰਡ ਕੈਟਾਗਰੀ ਦੇ ਵਿੱਚ ਇਨਵੈਸਟ ਹੋਇਆ, ਜੋ ਕਿ 2021 ਤੇ 2022 ਦੇ ਨਾਲੋਂ ਸਿਗਨੀਫੀਕੈਂਟਲੀ ਗਰੋ ਹੋਇਆ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਫੰਡ ਮੈਨੇਜਰਸ ਵੀ ਸਾਵਧਾਨ ਹੋ ਗਏ ਆ, ਕਿਉਂਕਿ ਜਿੰਨੀ ਤੇਜ਼ੀ ਨਾਲ ਪੈਸਾ ਆ ਰਿਹਾ ਹੈ ਸਮੋਲ ਕੈਪ ਸਟਾਕਸ ਦੀ ਵੈਲਿਊਏਸ਼ਨ ਨੂੰ ਇਨਫਲੇਟ ਕਰ ਰਿਹਾ ਹੈ। ਫੰਡਾਮੈਂਟਲੀ ਇੰਨੀ ਗਰੋਥ ਹੈ ਨਹੀਂ ਜਿੰਨੀ ਤੇਜ਼ੀ ਨਾਲ ਲੋਕ ਕੰਪਨੀਆਂ ਦੇ ਵਿੱਚ ਇਨਵੈਸਟ ਕਰ ਰਹੇ ਹੈ। ਸੋ ਸੌਖੇ ਸ਼ਬਦਾਂ 'ਚ ਕਹਾਂ ਤਾਂ ਜਿਹੜੀ ਲੰਮਸਮ ਇਨਵੈਸਟਮੈਂਟ ਹੈ ਇਹ ਵੈਲਿਊਏਸ਼ਨ ਦੇ ਵਿੱਚ ਬਬਲ ਕ੍ਰੀਏਟ ਕਰਦੀ ਹੈ। ਇਸੇ ਚੀਜ਼ ਦੇ ਚੱਲਦੇ ਹੋਏ ਫੰਡ ਮੈਨੇਜਰਸ ਨੇ ਡਿਸਾਈਡ ਕੀਤਾ ਕਿ ਲੰਮਸਮ ਇਨਵੈਸਟਮੈਂਟ ਆਪਾਂ ਐਕਸੈਪਟ ਹੀ ਨਹੀਂ ਕਰਨੀ। 2023 ਦੇ ਬੈਸਟ ਸਮੋਲ ਕੈਪ ਫੰਡਸ ਦੇਖਣ ਤੋਂ ਪਹਿਲਾਂ ਆਪਾਂ ਇਹ ਦੇਖ ਲੈਂਦੇ ਹਾਂ ਕਿ ਇਹ ਸਮੋਲ ਕੈਪ ਫੰਡਸ ਇਵੈਲੂਏਟ ਕਿਵੇਂ ਹੁੰਦੇ ਆ, ਮਤਲਬ ਕਿ ਇਹ ਲਾਰਜ ਕੈਪ ਤੇ ਮਿਡ ਕੈਪ ਨਾਲੋਂ ਅਲੱਗ ਕਿਵੇਂ ਨੇ। ਹੁਣ ਦੇਖੋ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਿੰਨੀਆਂ ਵੀ ਟੋਟਲ ਲਿਸਟਡ ਕੰਪਨੀਆਂ ਨੇ ਉਹਨਾਂ ਦੇ ਵਿੱਚੋਂ ਟੌਪ ਦੀਆਂ 250 ਕੰਪਨੀਆਂ ਕੱਢ ਦਈਏ ਤਾਂ ਬਾਕੀ ਸਾਰੀਆਂ ਕੰਪਨੀਆਂ ਸਮੋਲ ਕੈਪ ਦੇ ਵਿੱਚ ਕਾਊਂਟ ਹੁੰਦੀਆਂ ਨੇ। ਮਤਲਬ ਕਿ ਟੋਟਲ 5000 ਤੋਂ 5500 ਕੰਪਨੀਆਂ ਨੇ, ਜਿਨ੍ਹਾਂ ਵਿੱਚੋਂ ਟੌਪ ਦੀਆਂ 250 ਕੰਪਨੀਆਂ ਕੱਢ ਦਈਏ ਤਾਂ ਸਾਰੀਆਂ ਸਮੋਲ ਕੈਪ ਕੰਪਨੀਆਂ ਬਚਦੀਆਂ ਨੇ। ਮਤਲਬ ਕਿ ਟੋਟਲ ਦੇ ਵਿੱਚੋਂ 95% ਕੰਪਨੀਆਂ ਸਮੋਲ ਕੈਪ ਕੰਪਨੀਆਂ ਦੇ ਵਿੱਚ ਆਉਂਦੀਆਂ ਨੇ, ਬਟ 95% ਹੋਣ ਦੇ ਬਾਵਜੂਦ ਵੀ ਇਹਨਾਂ ਕੰਪਨੀਆਂ ਦਾ ਮਾਰਕੀਟ ਦੇ ਵਿੱਚ ਸ਼ੇਅਰ 18 ਤੋਂ 20% ਹੈ ਟੋਟਲ ਲਿਸਟਡ ਕੰਪਨੀਆਂ ਦੇ ਵਿੱਚ। ਇਦਾਂ ਇਸ ਲਈ ਕਿਉਂਕਿ ਸਮੋਲ ਕੈਪ ਕੰਪਨੀਆਂ ਦਾ ਮਾਰਕੀਟ ਕੈਪ ਕਾਫੀ ਘੱਟ ਹੁੰਦਾ ਹੈ, ਇਸ ਲਈ ਇਹਨਾਂ ਦੇ ਵਿੱਚ ਥੋੜੀ ਵੀ ਜ਼ਿਆਦਾ ਬਾਇੰਗ ਸੈਲਿੰਗ ਹੋ ਜੇ ਤਾਂ ਸਟਾਕ ਪ੍ਰਾਈਸਿਸ ਬੜੀ ਤੇਜ਼ੀ ਨਾਲ ਮੂਵ ਹੁੰਦੇ ਆ। ਤੇ ਇਸੇ ਕਰਕੇ ਵੀ ਕਿਹਾ ਜਾਂਦਾ ਕਿ ਜਿਹੜੇ ਸਮੋਲ ਕੈਪਸ ਹੁੰਦੇ ਆ ਕਾਫੀ ਜ਼ਿਆਦਾ ਅਨਸਟੇਬਲ ਹੁੰਦੇ ਆ, ਜਿਸ ਦੇ ਚੱਲਦੇ ਹੋਏ ਨਾ ਸਮੋਲ ਕੈਪ ਫੰਡਸ ਦੇ ਵਿੱਚ ਫੰਡ ਮੈਨੇਜਰਸ ਦਾ ਰੋਲ ਕਾਫੀ ਇੰਪੋਰਟੈਂਟ ਹੋ ਜਾਂਦਾ। ਲਾਰਜ ਕੈਪ ਤੇ ਮਿਡ ਕੈਪ ਦੇ ਵਿੱਚ ਵੀ ਕਾਫੀ ਇੰਪੋਰਟੈਂਟ ਹੁੰਦਾ, ਬਟ ਸਮੋਲ ਕੈਪ ਦੇ ਕੇਸ ਦੇ ਵਿੱਚ ਕਾਫੀ ਇੰਪੋਰਟੈਂਟ ਹੋ ਜਾਂਦਾ। ਹੁਣ ਦੂਜਾ ਪੁਆਇੰਟ ਇਹ ਹੈ ਕਿ ਜਿਹੜੇ ਸਮੋਲ ਕੈਪ ਫੰਡਸ ਹੁੰਦੇ ਆ ਕਾਫੀ ਅਨਸਟੇਬਲ ਹੁੰਦੇ ਆ, ਇਸ ਲਈ ਸ਼ਾਰਟ ਟਰਮ ਦੇ ਵਿੱਚ ਤੁਹਾਡਾ ਨੈਪ 50 ਤੋਂ 60% ਤੱਕ ਘੱਟ ਹੋ ਸਕਦਾ ਹੈ। ਹੁਣ ਇਹ ਗੱਲ ਸ਼ਾਰਟ ਟਰਮ ਦੇ ਵਿੱਚ ਨੋਟ ਕਰਨ ਵਾਲੀ ਹੈ, ਲੌਂਗ ਟਰਮ ਦੇ ਵਿੱਚ ਇਹ ਭੱਜਦੇ ਵੀ ਬਹੁਤ ਹੈ, ਬਟ ਉਹਦੇ ਲਈ ਤੁਹਾਨੂੰ ਇਹਨਾਂ ਫੰਡਸ ਨੂੰ ਟਾਈਮ ਦੇਣਾ ਪੈਂਦਾ। ਸੋ ਤੁਸੀਂ ਤਾਂ ਹੀ ਸਮੋਲ ਕੈਪ ਫੰਡਸ ਦੇ ਵਿੱਚ ਇਨਵੈਸਟ ਕਰਨ ਦਾ ਸੋਚੋ ਜੇਕਰ ਤੁਹਾਡਾ ਇਨਵੈਸਟਮੈਂਟ ਹੋਰਾਈਜ਼ਨ ਘੱਟੋ ਘੱਟ 10 ਸਾਲ ਦਾ ਹੈ, ਅਦਰਵਾਈਜ਼ ਇਹਨਾਂ 'ਚ ਇਨਵੈਸਟ ਕਰਨ ਦਾ ਕੋਈ ਸੈਂਸ ਨਹੀਂ ਬਣਦਾ। ਹੁਣ ਦੇਖ ਲੈਂਦੇ ਹਾਂ 2023-24 ਦੇ ਟੌਪ ਦੇ ਸਮੋਲ ਕੈਪ ਫੰਡਸ। ਤਾਂ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ, ਮੈਂ ਦੁਬਾਰਾ ਬੋਲ ਰਿਹਾ ਹਾਂ ਕਿ ਸਿਰਫ ਰਿਟਰਨ ਦੇ ਬੇਸਿਸ ਤੇ ਅਸੀਂ ਇਹਨਾਂ ਫੰਡਸ ਨੂੰ ਪਿਕ ਨਹੀਂ ਕਰਾਂਗੇ। ਹਾਂ, ਰਿਟਰਨਸ ਦੇ ਕੇ ਸਾਨੂੰ ਆਪਣਾ ਇੱਕ ਪਹਿਲਾ ਫਿਲਟਰ ਜਿਹਾ ਜ਼ਰੂਰ ਮਿਲ ਜਾਂਦਾ ਹੈ। ਹੁਣ ਇੱਥੇ ਅਸੀਂ ਇਹਨਾਂ ਦੇ 3 ਸਾਲ ਤੇ 5 ਸਾਲ ਦੇ ਰਿਟਰਨਸ ਤਾਂ ਦੇਖਾਂਗੇ ਨਹੀਂ, ਕਿਉਂਕਿ ਇੰਨੇ ਟਾਈਮ 'ਚ ਤਾਂ ਕੁਝ ਵੀ ਪਤਾ ਨਹੀਂ ਲੱਗਦਾ। ਘੱਟੋ ਘੱਟ 7 ਤੋਂ 10 ਸਾਲ ਦੀ ਪਰਫਾਰਮੈਂਸ ਦੇ ਵਿੱਚ ਜਾ ਕੇ ਕੋਈ ਸਮਝ ਆਉਣ ਲੱਗਦਾ ਹੈ। ਸੋ ਸਾਡੇ ਕੋਲੇ ਕੁਝ ਗਿਣੇ ਚੁਣੇ ਫੰਡਸ ਹੀ ਰਹਿ ਜਾਂਦੇ ਆ ਜੋ ਇੰਨੇ ਪੁਰਾਣੇ ਆ, ਤਾਂ ਇੱਕ ਵਾਰੀ ਇਹਨਾਂ ਤੇ ਨਜ਼ਰ ਮਾਰ ਲੈਂਦੇ ਆ। ਸੋ ਮਿਲਾ ਜੁਲਾ ਕੇ ਸਾਡੇ ਕੋਲ 6 ਸਮੋਲ ਕੈਪ ਫੰਡਸ ਨੇ ਜਿਨ੍ਹਾਂ ਦੀ 10 ਸਾਲ ਦੀ ਹਿਸਟਰੀ ਆ। ਹੁਣ ਇੱਥੇ ਦੇਖਣ 'ਚ ਤਾਂ ਇਦਾਂ ਵੀ ਲੱਗ ਰਿਹਾ ਕਿ ਨਿਪੋਨ ਦੀ ਪਰਫਾਰਮੈਂਸ ਤਾਂ ਸਾਰਿਆਂ ਨੂੰ ਬੀਟ ਕਰ ਰਹੀ ਹੈ, ਬਟ ਪਲੀਜ਼ ਤੁਸੀਂ ਇਹਦੇ ਦੇਖਣ ਤੇ ਨਾ ਜਾਇਓ। ਕਿਸੇ ਸਾਲ ਦੇ ਵਿੱਚ ਕੋਈ ਫੰਡ ਇਦਾਂ ਦਿਖਾਏਗਾ ਤੇ ਕਿਸੇ ਸਾਲ ਦੇ ਵਿੱਚ ਕੋਈ ਹੋਰ ਫੰਡ ਇਦਾਂ ਦਿਖਾਏਗਾ। ਜੇਕਰ 6 ਮਹੀਨੇ ਪਹਿਲਾਂ ਦੇਖੀਏ ਤਾਂ ਕੁਆਂਟ ਦੀ ਪਰਫਾਰਮੈਂਸ ਸਾਰਿਆਂ ਨੂੰ ਬੀਟ ਕਰ ਰਹੀ ਸੀ। ਸੋ ਇਹ ਚੇਂਜ ਹੁੰਦਾ ਰਹਿੰਦਾ ਹੈ, ਬਟ ਫਿਰ ਵੀ ਦੇਖ ਲੈਂਦੇ ਹਾਂ ਕਿ ਅਸਲ ਦੇ ਵਿੱਚ ਹੁੰਦਾ ਕੀ ਹੈ। ਸਭ ਤੋਂ ਪਹਿਲਾਂ ਦੇਖਦੇ ਹਾਂ ਸਾਰੇ ਫੰਡਸ ਦੇ ਸਾਈਜ਼ ਤੇ ਐਕਸਪੈਂਸ ਰੇਸ਼ੋ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕੁਆਂਟ ਤੇ ICICI ਰਿਲੇਟਿਵਲੀ ਥੋੜੇ ਛੋਟੇ ਫੰਡਸ ਹੈ, ਕਿਉਂਕਿ ਇਹਨਾਂ ਦਾ AUM 6500 ਕਰੋੜ ਦੇ ਕਰੀਬ ਹੈ। ਬਾਕੀ ਸਾਰੇ ਫੰਡਸ ਦਾ AUM 10,000 ਕਰੋੜ ਤੋਂ ਉੱਪਰ ਹੈ ਤੇ ਸਾਰੇ ਫੰਡਸ ਦਾ ਐਕਸਪੈਂਸ ਰੇਸ਼ੋ ਵੀ ਆਲਮੋਸਟ ਸੇਮ ਹੀ ਰੇਂਜ ਹੈ। ਸੋ ਮੋਟਾ-ਮੋਟਾ ਦੇਖਿਆ ਜਾਵੇ ਤਾਂ ਸਮੋਲ ਕੈਪ ਫੰਡਸ ਦੇ ਵਿੱਚ ਜੇਕਰ ਉਹਨਾਂ ਦਾ AUM 5000 ਕਰੋੜ ਤੋਂ ਉੱਪਰ ਹੈ ਤੇ ਐਕਸਪੈਂਸ ਰੇਸ਼ੋ 1% ਤੋਂ ਘੱਟ ਹੈ ਤਾਂ ਉਹ ਐਕਸੈਪਟੇਬਲ ਰੇਂਜ ਦੇ ਵਿੱਚ ਮੰਨਿਆ ਜਾਂਦਾ ਹੈ। ਹੁਣ ਇਹਨਾਂ ਦੇ ਥੋੜੇ ਜਿਹੇ ਰਿਸਕ ਪੈਰਾਮੀਟਰ ਵੀ ਦੇਖ ਲੈਂਦੇ ਹਾਂ, ਜਿੱਥੇ ਸਾਨੂੰ ਪਿਕਚਰ ਥੋੜੀ ਜਿਹੀ ਹੋਰ ਕਲੀਅਰ ਹੋ ਜਾਏਗੀ। ਹੁਣ ਇੱਥੇ ਅਸੀਂ ਇਹਨਾਂ ਫੰਡਸ ਦਾ ਸਟੈਂਡਰਡ ਡੈਵੀਏਸ਼ਨ ਤੇ ਬੀਟਾ ਦਾ ਪਿਛਲੇ 10 ਸਾਲ ਦਾ ਡਾਟਾ ਲਿਆ। ਇਹਦੇ ਵਿੱਚ ਸਾਨੂੰ ਇਹਨਾਂ ਫੰਡਸ ਦੇ ਲੌਂਗ ਟਰਮ ਦੇ ਵਿੱਚ ਰਿਸਕ ਮੈਨੇਜ ਕਰਨ ਦੀ ਐਬਿਲਿਟੀ ਕਾਫੀ ਵਧੀਆ ਤਰੀਕੇ ਨਾਲ ਸਮਝ ਆ ਜਾਏਗੀ। ਪੋਰਟਫੋਲੀਓ ਟਰਨਓਵਰ ਰੇਸ਼ੋ ਦਾ ਮਤਲਬ ਹੈ ਕਿ ਐਵਰੇਜ ਪੋਰਟਫੋਲੀਓ ਪਿਛਲੇ 1 ਸਾਲ ਦੇ ਵਿੱਚ ਕਿੰਨਾ ਚਰਨ ਹੋਇਆ। ਇੱਥੇ ਕੁਆਂਟ ਦੇ 49% ਦਾ ਮਤਲਬ ਹੈ ਕਿ ਕੁਆਂਟ ਸਮੋਲ ਕੈਪ ਫੰਡਸ ਪਿਛਲੇ 1 ਸਾਲ ਦੇ ਵਿੱਚ ਅੱਧਾ ਪੋਰਟਫੋਲੀਓ ਚੇਂਜ ਹੋ ਚੁੱਕਿਆ। ਇੱਥੇ ਮੈਂ ਇੱਕ ਚੀਜ਼ ਹੋਰ ਕਲੀਅਰ ਕਰਦਾ ਕਿ ਟਰਨਓਵਰ ਰੇਸ਼ੋ ਘੱਟ ਹੋਣਾ ਚਾਹੀਦਾ ਹੈ, ਜ਼ਿਆਦਾ ਹੋਣਾ ਚਾਹੀਦਾ, ਇਹਦਾ ਕੋਈ ਸਟੈਂਡਰਡ ਰੂਲ ਨਹੀਂ ਹੈ। ਕੁਝ ਫੰਡ ਮੈਨੇਜਰ ਫੰਡਸ ਨੂੰ ਐਕਟਿਵਲੀ ਮੈਨੇਜ ਕਰਦੇ ਆ ਤੇ ਉਹ ਆਪਣਾ ਪੋਰਟਫੋਲੀਓ ਰੈਗੂਲਰਲੀ ਚੇਂਜ ਕਰਦੇ ਰਹਿੰਦੇ ਆ, ਜਿਵੇਂ ਕਿ ਕੁਆਂਟ, ਨਿਪੋਨ ਤੇ ICICI ਦੇ ਕੇਸ ਦੇ ਵਿੱਚ ਹੋਇਆ। ਤੇ ਕੁਝ ਫੰਡ ਮੈਨੇਜਰਸ ਇੱਕ ਸਟਾਕਸ ਨੂੰ ਹੀ ਕਾਫੀ ਲੰਬੇ ਸਮੇਂ ਤੱਕ ਰੱਖਦੇ ਆ, ਉਹ ਬਹੁਤੀ ਜਲਦੀ ਚੇਂਜ ਨਹੀਂ ਕਰਦੇ, ਜਿਵੇਂ ਕਿ SBI, HDFC ਤੇ ਕੋਟਕ ਦੇ ਕੇਸ ਦੇ ਵਿੱਚ ਹੈ। ਸੋ ਹਰ ਇੱਕ ਫੰਡ ਮੈਨੇਜਰ ਦੀ ਸਟ੍ਰੈਟਜੀ ਅਲੱਗ-ਅਲੱਗ ਹੁੰਦੀ ਹੈ। ਇੱਥੇ ਸਟੈਂਡਰਡ ਡੈਵੀਏਸ਼ਨ ਤੇ ਬੀਟਾ ਫੰਡਸ ਦੀ ਅਸਥਿਰਤਾ ਦੱਸਦਾ ਹੈ। ਇੱਥੇ ਦੇਖਿਆ ਜਾਵੇ ਤਾਂ ਕੁਆਂਟ ਸਮੋਲ ਕੈਪ ਫੰਡ ਪਿਛਲੇ 10 ਸਾਲਾਂ ਦੇ ਵਿੱਚ ਘੱਟ ਇਨਸਟੇਬਲ ਦਿਖ ਰਿਹਾ। ਨਿਪੋਨ ਸਭ ਤੋਂ ਜ਼ਿਆਦਾ ਅਨਸਟੇਬਲ ਹੈ। ਇਨਫੈਕਟ ਨਿਪੋਨ ਸਮੋਲ ਕੈਪ ਫੰਡਸ ਦੇ ਵਿੱਚ ਤਾਂ ਸਟਾਕਸ ਵੀ ਸਭ ਤੋਂ ਜ਼ਿਆਦਾ ਨੇ, ਬਾਕੀ ਸਾਰੇ ਫੰਡਸ ਦੀ ਰੇਂਜ ਆਲਮੋਸਟ ਸੇਮ ਹੀ ਹੈ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜ਼ਿਆਦਾਤਰ ਫੰਡ ਮੈਨੇਜਰ ਦੀ ਸਟ੍ਰੈਟਜੀ ਅਲੱਗ-ਅਲੱਗ ਹੁੰਦੀ ਹੈ। ਕੋਈ ਘੱਟ ਸਟਾਕਸ ਰੱਖਦਾ ਬਟ ਉਹਨਾਂ ਨੂੰ ਲੰਬੇ ਸਮੇਂ ਤੱਕ ਰੱਖਦਾ, ਜਿਵੇਂ ਕਿ SBI ਤੇ HDFC, ਤੇ ਕੋਈ ਜ਼ਿਆਦਾ ਚਰਨਿੰਗ ਦੇ ਵਿੱਚ ਵਿਸ਼ਵਾਸ ਰੱਖਦਾ, ਜਿਵੇਂ ਕਿ ਕੁਆਂਟ ਤੇ ਨਿਪੋਨ। ਹੁਣ ਸਵਾਲ ਆਉਂਦਾ ਕਿ ਸਾਨੂੰ ਕਿਹੜੇ ਫੰਡਸ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ, ਤਾਂ ਇਹ ਚੀਜ਼ ਡਿਪੈਂਡ ਕਰਦੀ ਹੈ ਤੁਹਾਡੇ ਰਿਸਕ ਐਪੇਟਾਈਟ ਤੇ।
ਮੈਂ ਤੁਹਾਨੂੰ ਤੁਹਾਡੀ ਰਿਸਕ ਐਪੇਟਾਈਟ ਤਾਂ ਨਹੀਂ ਦੱਸ ਸਕਦਾ, ਬਟ ਜੇਕਰ ਮੈਂ ਤੁਹਾਡੀ ਜਗ੍ਹਾ ਤੇ ਹੁੰਦਾ ਤਾਂ ਮੈਂ ਕੀ ਕਰਦਾ ਇਹ ਤੁਹਾਨੂੰ ਜ਼ਰੂਰ ਦੱਸ ਸਕਦਾ। ਦੇਖੋ, ਜੇਕਰ ਮੈਂ ਇੱਕ ਅਗਰੈਸਿਵ ਇਨਵੈਸਟਰ ਹਾਂ ਤਾਂ ਮੈਂ ਨਿਪਨ ਤੇ ਕੁਆਂਟ ਸਮਾਲ ਕੈਪ ਫੰਡਸ ਦੇ ਨਾਲ ਜਾਊਂਗਾ, ਤੇ ਜੇਕਰ ਮੈਂ ਇੱਕ ਮੋਡਰੇਟ ਰਿਸਕ ਟੇਕਰ ਹਾਂ ਤਾਂ ਮੈਂ SBI ਸਮਾਲ ਕੈਪ ਤੇ ਕੋਟਕ ਸਮਾਲ ਕੈਪ ਦੇ ਨਾਲ ਜਾ ਸਕਦਾ, ਤੇ ਜੇਕਰ ਮੈਂ ਲੋਅਰ ਰਿਸਕ ਟੇਕਰ ਹਾਂ ਤਾਂ ਸੱਚ ਦੱਸਾਂ ਤਾਂ ਮੈਂ ਸਮਾਲ ਕੈਪ ਫੰਡਸ ਦੇ ਵਿੱਚ ਇਨਵੈਸਟ ਹੀ ਨਾ ਕਰਦਾ, ਮੈਂ ਲਾਰਜ ਕੈਪ ਤੇ ਨਿਫਟੀ ਇੰਡੈਕਸ ਫੰਡਸ ਤੇ ਹੀ ਸਟਿਕ ਰਹਿੰਦਾ। ਬਾਕੀ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਤੁਹਾਨੂੰ ਕਿਹੜਾ ਫੰਡ ਸੂਟ ਕਰਦਾ ਹੈ, ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਤੁਸੀਂ ਇੱਕ ਅਗਰੈਸਿਵ ਇਨਵੈਸਟਰ ਹੋ ਤੇ ਤੁਹਾਡੇ ਰਿਸਕ ਐਪੇਟਾਈਟ ਵੀ ਹਾਈ ਹੈ, ਤਾਂ ਵੀ ਤੁਸੀਂ ਆਪਣੇ ਪੋਰਟਫੋਲੀਓ ਦਾ 30% ਤੋਂ ਵੱਧ ਸਮਾਲ ਕੈਪ ਫੰਡਸ ਦੇ ਵਿੱਚ ਇਨਵੈਸਟ ਨਾ ਕਰੋ। ਬਾਕੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਕਿਹੜੇ ਫੰਡ ਦੇ ਵਿੱਚ ਇਨਵੈਸਟ ਕਰਨ ਦਾ ਸੋਚ ਰਹੇ ਹੋ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਬੀ ਕਿਫਾਇਤੀ।